Today we are going to discuss 12th class CBSE Political Science Contemporary World Politics। ਤਾਂ ਚੈਪਟਰ ਜਿਹੜਾ ਫਸਟ ਹੈ ਇਹਦੇ ਵਿੱਚ ਸਾਡੇ ਕੋਲ ਹੈਗਾ ਗਾ ਕੋਲਡ ਵਾਰ ਐਰਾ। ਠੀਕ ਹੈ, ਸ਼ੀਤਕਾਲ ਦਾ ਯੁੱਧ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ। ਮੈਂ ਪੰਜਾਬੀ ਦੇ ਵਿੱਚ ਐਕਸਪਲੇਨ ਕਰੂੰਗਾ ਮੇਨਲੀ ਤਾਂ ਕਿ ਤੁਹਾਨੂੰ ਸਮਝ ਆ ਜੇ, ਕਿਉਂਕਿ ਬੱਚਿਆਂ ਨੂੰ ਅੰਡਰਸਟੈਂਡਿੰਗ ਹੋ ਗਈ। ਲਿਖਤਾ ਉਹਨਾਂ ਨੇ ਆਪਣੇ ਆਪ ਹੀ ਦੇਣਾ ਹੁੰਦਾ, ਹਿੰਦੀ ਦੇ ਵਿੱਚ ਵੀ ਪੰਜਾਬੀ ਦੇ ਵਿੱਚ। ਤਾਂ ਫਸਟ ਜਿਹੜਾ ਚੈਪਟਰ ਹੈਗਾ ਉਹ ਕਿਹੜਾ ਗਾ, ਕੋਲਡ ਵਾਰ ਇਹਦਾ ਚੈਪਟਰ ਆ ਸਾਡੇ ਕੋਲ। ਓਵਰਵਿਊ ਦੇ ਵਿੱਚ ਦੇਖੋ ਕੀ ਆ ਇਹਦੇ ਵਿੱਚ, ਕੀ ਅਸਲ ਦੇ ਵਿੱਚ ਕੀ ਸੀ ਨਾ, ਦੋ ਵਰਲਡ ਪਾਵਰ ਸੀਗੀਆਂ। ਵਰਲਡ ਵਾਰ 2 ਹੋਈ ਸੀ, ਉਹਨਾਂ ਦੇ ਵਿੱਚ ਯੁੱਧ ਹੋਇਆ, ਉਹਦੀਆਂ ਗੱਲਾਂ ਨੇ ਇਹ ਸਾਰੀਆਂ। ਇਹ ਹੈਗਾ ਅਮੈਰੀਕਾ ਦਾ ਝੰਡਾ ਗਾ, ਇਹ ਹੈਗਾ ਗਾ USSR ਸੋਵੀਅਤ ਯੂਨੀਅਨ ਦਾ ਝੰਡਾ ਗਾ। ਜਦੋਂ ਆਪਾਂ ਇਹਦੇ ਵਿੱਚ ਅੱਗੇ ਪੜ੍ਹਾਂਗੇ, ਡਿਟੇਲ ਦੇ ਵਿੱਚ ਗੱਲ ਕਰਾਂਗੇ, ਫਿਰ ਤੁਹਾਨੂੰ ਸਾਰੀ ਸਮਝ ਆ ਜਾਣੀ ਹੈਗੀ। ਠੀਕ ਹੈ, ਹਜੇ ਜਸਟ ਓਵਰਵਿਊ ਹੀ ਹੈ ਇਹਦੇ ਵਿੱਚ। ਜਿਸ ਤਰ੍ਹਾਂ ਕਿ ਇਸ ਬੁੱਕ ਦੇ ਇਹ ਚੈਪਟਰ ਦੇ ਵਿੱਚ ਕੀ ਹੈ, ਬੈਕਡਰੋਪ, ਮਤਲਬ ਕਿ ਬਿਲਕੁਲ ਉਹਦਾ ਨਿਚੋੜ ਆ ਗਾ। ਇਹ ਸਾਰੀ ਦੀ ਸਾਰੀ ਇਸ ਕਿਤਾਬ ਦਾ ਨਿਚੋੜ ਆ ਗਾ ਕਿ ਜਿਹੜੀ ਵਰਲਡ ਕੋਲਡ ਵਾਰ ਸੀ ਕਿਵੇਂ ਐਂਡ ਹੋਈ ਆ, ਖ਼ਤਮ ਹੋਈ ਆ। ਤਾਂ ਉਹਦੇ ਖ਼ਤਮ ਹੋਣ ਤੋਂ ਬਾਅਦ ਫਿਰ ਕੀ ਸੀਗਾ, ਕੰਟੈਂਪਰੇਰੀ ਐਰਾ ਸੀ ਜਿਹੜਾ ਉਹ ਸ਼ੁਰੂ ਹੋਇਆ ਸੀ। ਕੰਟੈਂਪਰੇਰੀ ਹੁੰਦਾ ਸਮਕਾਲੀਨ ਸਮਾਂ, ਜਿਹੜਾ ਹੁਣ ਚੱਲ ਰਿਹਾ ਸਮਾਂ। ਅਤੇ ਵਰਲਡ ਪੋਲੀਟਿਕਸ, ਸੰਸਾਰ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ। ਤਾਂ ਇਸ ਬੁੱਕ ਦੇ ਵਿੱਚ ਇਹੀ ਕੀ ਹੈ, ਸਾਡੇ ਕੋਲ ਇੱਕ ਸਬਜੈਕਟ ਮੈਟਰ ਆ ਜਿਹਦੇ ਉੱਤੇ ਇਸ ਬੁੱਕ ਦੇ ਵਿੱਚ ਗੱਲ ਕੀਤੀ ਜਾਣੀ ਹੈਗੀ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਦੇਖੋ ਨੈਕਸਟ ਹੁਣ ਕੀ ਹੈ ਇਹਦੇ ਵਿੱਚ ਕਿ ਇਹ ਜਿਹੜੇ ਇਸ ਦੇ ਵਿੱਚ ਇਹ ਚੈਪਟਰ ਹੈ ਸਾਨੂੰ ਕੀ ਸ਼ੋਅ ਕਰ ਰਿਹਾ, ਡੋਮੀਨੈਂਸ ਮੀਨਸ ਕੀ ਹੁੰਦਾ, ਪ੍ਰਭਾਵ, ਦਬਦਬਾ, ਡਰਾਵਾ ਲਾ ਲਓ ਚਾਹੀਦੀ। ਠੀਕ ਹੈ, 2 ਸੁਪਰ ਪਾਵਰ, ਦੋ ਜਿਹੜੀਆਂ ਕੀ ਸੀਗੀਆਂ ਮੁੱਖ ਜਿਹੜੀਆਂ ਸ਼ਕਤੀਆਂ ਸੀਗੀਆਂ। ਸੁਪਰ ਪਾਵਰ ਮੀਨਸ ਮੁੱਖ ਸ਼ਕਤੀਆਂ ਹੁੰਦੀਆਂ ਨੇ। ਤਾਂ ਉਹ ਕਿਹੜੀਆਂ ਕਿਹੜੀਆਂ ਸੀ, ਇੱਕ ਤਾਂ ਸੀਗੀ ਯੂਨਾਈਟਿਡ ਸਟੇਟ ਆਫ ਅਮੈਰੀਕਾ ਅਤੇ ਦੂਸਰੀ ਹੈਗੀ ਸੀ ਸੋਵੀਅਤ ਯੂਨੀਅਨ। ਸੋਵੀਅਤ ਯੂਨੀਅਨ ਕੀ ਸੀਗਾ, ਜਿਹੜਾ ਯੂਰਪ ਸੀਗਾ ਨਾ, ਉਹ ਸਾਰੇ ਦਾ ਸਾਰਾ ਕੀ ਹੋ ਗਿਆ ਸੀਗਾ, ਇਹਦੇ ਵਿੱਚ ਐਡ ਹੋ ਗਿਆ ਸੀ, ਜਿਹਨੂੰ USSR ਵੀ ਕਹਿ ਦਿੰਦੇ ਆ। ਇਹਦੇ ਬਾਰੇ ਡਿਟੇਲ 'ਚ ਅੱਗੇ ਗੱਲ ਹੋਣੀ ਹੈਗੀ, ਇਸ ਲਈ ਮੈਂ ਇਹਦੇ 'ਤੇ ਟਾਈਮ ਹਜੇ ਵੇਸਟ ਨਹੀਂ ਕਰੂੰਗਾ, ਕਿਉਂਕਿ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ ਅੱਗੇ ਜਾ ਕੇ। ਠੀਕ ਹੈ, ਤਾਂ ਇਹ ਕੀ ਸੀਗੇ, ਇੱਕ ਤਰ੍ਹਾਂ ਸੈਂਟਰ ਸੀ। ਸੈਂਟਰ ਮੀਨਸ ਧੁਰੇ ਸੀਗੇ ਕੋਲਡ ਵਾਰ ਦੇ। ਕੋਲਡ ਵਾਰ ਮੀਨਸ ਕੋਈ ਯੁੱਧ ਨਹੀਂ ਹੁੰਦਾ। ਇਹ ਕੁਐਸਚਨ ਵੀ ਹੁੰਦਾ ਤੁਹਾਨੂੰ ਕੋਲਡ ਵਾਰ ਦੇ ਬਾਰੇ, ਕੀ ਹੁੰਦਾ, ਕੀ ਅਸਲ ਯੁੱਧ ਹੁੰਦਾ ਕਿ ਨਹੀਂ ਹੁੰਦਾ, ਅੱਗੇ ਕਰਾਂਗੇ। ਇਹਦੇ ਵਿੱਚ ਕੀ ਸੀਗੇ, ਬਹੁਤ ਸਾਰੇ ਏਰੀਆ ਸੀਗੇ, ਜਿਹੜੇ ਪੱਖ ਸੀਗੇ, ਜਿਨ੍ਹਾਂ ਨੇ ਅਲੱਗ ਅਲੱਗ ਹਿੱਸਿਆਂ 'ਤੇ ਕੀ ਸੀਗਾ ਪ੍ਰਭਾਵ ਪਾਇਆ ਸੀਗਾ। ਚੈਪਟਰ ਦੇ ਵਿੱਚ ਅਸੀਂ ਕੀ ਹੈਗਾ, ਨੋਨ ਅਲਾਈਨਡ ਮੂਵਮੈਂਟ, ਜਿਹਨੂੰ ਨੈਮ ਕਹਿੰਦੇ ਆਂਗੇ, ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਠੀਕ ਹੈ, ਤਾਂ ਇਹ ਇੱਕ ਚੈਲੰਜ ਸੀਗਾ ਇਹਨਾਂ ਦਾ। ਇੱਕ ਤਰ੍ਹਾਂ ਇਹਨਾਂ ਨੇ ਚੈਲੰਜ ਕੀਤਾ ਸੀ ਕਿਹਨਾਂ ਨੂੰ, ਡੋਮੀਨੈਂਸ ਆਫ 2 ਸੁਪਰ ਪਾਵਰ। ਆਹੀ ਜਿਹੜੇ ਇੱਕ ਤਾਂ ਸੀਗਾ ਯੂਨਾਈਟਿਡ ਸਟੇਟ ਆਫ ਅਮੈਰੀਕਾ ਅਤੇ ਇੱਕ ਸੋਵੀਅਤ ਯੂਨੀਅਨ। ਇਹਨਾਂ ਨੂੰ ਕੀ ਕੀਤਾ ਸੀ ਇਹਨਾਂ ਨੇ, ਇੱਕ ਤਰ੍ਹਾਂ ਚੈਲੰਜ ਸੀਗਾ ਕਿ ਨੈਮ, ਮਤਲਬ ਕਿ 2 ਤਕੜੇ ਬੰਦੇ ਸੀਗੇ, ਇੱਕ ਸੀਗਾ ਅਮਰੀਕਾ, ਇੱਕ ਸੀਗਾ ਆਪਾਂ ਗੱਲ ਕਰ ਲਈਏ ਤਾਂ ਸੋਵੀਅਤ ਯੂਨੀਅਨ ਸੀਗੀ। ਠੀਕ ਹੈ, ਪੰਜਾਬੀ 'ਚ ਜੇ ਸਮਝਾਵਾਂ ਤਾਂ ਇਹ ਵੀ ਤਕੜਾ ਸੀਗਾ ਜੀ, ਇਹ ਵੀ ਤਕੜਾ ਸੀਗਾ। ਅਤੇ ਬਾਕੀ ਜਿਹੜੇ 2 ਮਾੜੇ ਸੀਗੇ, ਕੁਛ ਕੁ ਇਹਦੇ ਨਾਲ ਰਲ ਗਏ, ਕੁਛ ਕੁ ਇਹਦੇ ਨਾਲ ਰਲ ਗਏ। ਉਹ ਕਹਿੰਦੇ ਭਾਈ ਅਸੀਂ ਤੇਰੇ ਨਾਲ ਆ, ਅਸੀਂ ਤੇਰੇ ਨਾਲ। ਇਹ ਕਹਿੰਦਾ ਮੈਂ ਤੈਨੂੰ ਬਚਾਊਂਗਾ, ਤੂੰ ਮੇਰੇ ਨਾਲ ਰਹਿ। ਇਹ ਕਹਿੰਦਾ ਤੈਨੂੰ ਮੈਂ ਬਚਾਊਂਗਾ, ਤੂੰ ਮੇਰੇ ਨਾਲ ਰਹਿ। ਤਾਂ ਪਰ ਕੁਛ ਕੁ ਇਹੋ ਜਿਹੇ ਵੀ ਸੀਗੇ ਦੇਸ਼ ਜਿਹੜੇ ਕਹਿੰਦੇ ਨਾ ਭਾਈ ਅਸੀਂ ਤੇਰੇ ਨਾਲ ਰਲਣਾ, ਅਮੈਰੀਕਾ ਨਾਲ ਰਲਣਾ, ਨਾ ਹੀ ਅਸੀਂ ਸੋਵੀਅਤ ਯੂਨੀਅਨ ਨਾਲ ਰਲਣਾ, ਅਸੀਂ ਆਪ ਦਾ ਅੱਡ ਰਵਾਂਗੇ। ਉਹਨਾਂ ਨੂੰ ਨੈਮ ਕਹਿ ਦਿੰਦੇ ਆਂਗੇ, ਨੋਨ ਅਲਾਈਨ ਮੂਵਮੈਂਟ। ਇਹ 4 ਨੰਬਰ ਦਾ ਕੁਐਸਚਨ ਆਉਂਦਾ ਤੁਹਾਨੂੰ ਨੈਮ ਦੇ ਉੱਪਰ। ਠੀਕ ਆ, ਲੌਂਗ ਕੁਐਸਚਨ ਵੀ ਆਉਂਦਾ ਗਾ, ਤਾਂ ਇਹ ਵੀ ਆਪਾਂ ਇਹਦੇ ਵਿੱਚ ਅੱਗੇ ਡਿਸਕਸ ਕਰਾਂਗੇ। ਇਹਨਾਂ ਨੇ ਕੀ ਹੈ, ਡਿਸਕਰਾਈਬ ਕੀਤਾ ਕਿ ਅਸੀਂ ਨੋਨ ਅਲਾਈਨਡ ਕੰਟਰੀਜ਼ ਹਾਂ, ਅਸੀਂ ਕਿਸੇ ਦੇ ਨਾਲ ਨਹੀਂ ਹੈਗਾ, ਅਸੀਂ ਆਪ ਦਾ ਨਿਊ ਇੰਟਰਨੈਸ਼ਨਲ ਇਕਨੋਮਿਕ ਆਰਡਰ ਆਪ ਦਾ ਕੀ ਹੈਗਾ ਬਣਾਵਾਂਗੇ, ਜਿਹਨੂੰ NIEO ਕਹਿ ਦਿੰਦੇ ਹੈਗੇ, ਅਰਥ ਵਿਵਸਥਾ ਦੀ ਇਕਨੋਮਿਕ ਆਰਡਰ। ਠੀਕ ਹੈ, ਪੈਸੇ ਦੇ ਨਾਲ ਰਿਲੇਟਡ, ਟਰੇਡ ਦੇ ਨਾਲ, ਵਪਾਰ ਦੇ ਨਾਲ ਰਿਲੇਟਡ ਚੀਜ਼ਾਂ ਹੋ ਗਈਆਂ। ਤਾਂ ਇਹਨਾਂ ਨੇ ਕਿਹਾ ਕਿ ਅਸੀਂ ਆਪ ਦਾ ਅਟੇਨ ਕਰਾਂਗੇ ਇਕਨੋਮਿਕ ਡਿਵੈਲਪਮੈਂਟ, ਸਾਨੂੰ ਤੁਹਾਡੀ ਲੋੜ ਨਹੀਂ ਹੈਗੀ, ਅਸੀਂ ਆਪ ਦੀ ਹੀ ਟਰਾਈ ਕਰਾਂਗੇ। ਤਾਂ ਅਸੀਂ ਆਪ ਦੀ ਪੋਲੀਟੀਕਲ ਇੰਡੀਪੈਂਡੈਂਸ ਵੀ ਰੱਖਾਂਗੇ। ਜਦੋਂ ਅਸੀਂ ਇਹਨਾਂ ਦੇ ਨਾਲ ਰਲ ਗਏ ਤਾਂ ਇਹਨਾਂ ਦਾ ਸਾਡੇ ਦੇਸ਼ ਦੇ ਵਿੱਚ ਇੰਟਰਫੀਅਰੈਂਸ ਹੋਣੀ ਹੀ ਹੋਣੀ ਹੈਗੀ। ਇਹ ਕਹਿੰਦੇ ਕਿ ਅਸੀਂ ਜੀ ਆਪ ਦੀ ਹੀ ਪੋਲੀਟੀਕਲੀ ਇੰਡੀਪੈਂਡੈਂਸ ਰਵਾਂਗੇ, ਅਸੀਂ ਤੁਹਾਡੇ ਪ੍ਰਭਾਵ ਹੇਠ ਨਹੀਂ ਆਉਣਾ। ਠੀਕ ਹੈ, ਤਾਂ ਇਸ ਤੋਂ ਬਾਅਦ ਕੀ ਸੀਗਾ ਇਹਦੇ ਵਿੱਚ ਹੀ ਕਿਹਾ, ਇਹਦੇ ਵਿੱਚ ਇਹ ਵੀ ਹੈਗਾ ਗਾ ਕਿ ਕਨਕਲੂਡ ਕੀਤਾ ਇਹਦੇ ਵਿੱਚ ਅਸੈਸਮੈਂਟ ਆਫ ਇੰਡੀਆ ਰੋਲ। ਇੰਡੀਆ ਸੀਗਾ ਉਹ ਨੈਮ ਦਾ ਮੈਂਬਰ ਹੀ ਸੀਗਾ। ਨੈਮ ਸੀ ਇੰਡੀਅਨ ਨੋਨ ਅਲਾਈਨ ਮੂਵਮੈਂਟ, ਇੰਡੀਆ ਨੇ ਸ਼ੁਰੂ ਕੀਤੀ ਸੀ। ਠੀਕ ਹੈ, ਕਿ ਵੀ ਅਸੀਂ ਤੁਹਾਡੇ ਨਾਲ ਨਹੀਂ ਰਲਣਾ, ਅਸੀਂ ਆਪਦੇ ਆਪ ਨੂੰ ਡਿਵੈਲਪ ਕਰਨਾ ਹੈਗਾ। ਅਤੇ ਇਹਦੇ ਵਿੱਚ ਕੀ ਆ ਕਿ ਸਕਸੈਸਫੁਲ ਦਾ ਪੋਲਿਸੀ ਆਫ ਨੋਨ ਅਲਾਈਨਮੈਂਟ ਹੈਜ਼ ਬੀਨ ਪ੍ਰੋਟੈਕਟਿੰਗ ਇੰਡੀਆ ਇੰਟਰਸਟ। ਤਾਂ ਜਿਹੜੀ ਇਹਦੀ ਪੋਲਿਸੀ ਸੀ ਨੈਮ ਦੀ, ਉਹਨੇ ਭਾਰਤ ਦੇ ਜਿਹੜੇ ਇੰਟਰਸਟ ਸੀਗੇ, ਠੀਕ ਹੈ, ਉਹਨਾਂ ਨੂੰ ਕਿਸ ਤਰੀਕੇ ਨਾਲ ਬਚਾਇਆ ਸੀਗਾ। ਠੀਕ ਹੈ, ਜਾਂ ਕਿਸ ਤਰੀਕੇ ਨਾਲ ਉਹ ਡਿਵੈਲਪ ਹੋਇਆ। ਤਾਂ ਇਹਦੇ ਵਿੱਚ ਕੀ ਆ ਸੀ ਇਹੀ ਚੀਜ਼ ਪੜ੍ਹਨੀ ਹੈਗੀ। ਇਹਦੇ ਵਿੱਚ ਪਿਕਚਰ ਆ ਤੁਹਾਨੂੰ ਦੱਸਦਾ ਗਾ ਪਹਿਲਾਂ ਹੀ, ਸੋਵੀਅਤ ਯੂਨੀਅਨ ਆ ਗਈ। ਠੀਕ ਹੈ ਜੀ, ਇਹ ਅਮੈਰੀਕਾ ਗਾ, ਇਹਦੇ 'ਤੇ ਦਾਤੀ ਥੋੜਾ ਤਾਰਾ ਨਿਸ਼ਾਨ ਹੁੰਦਾ ਕਮਿਊਨਿਸਟਾਂ ਦਾ, ਜੇ ਕਹਿ ਦਈਏ ਕਾਰਲ ਮਾਰਕਸ ਹੋ ਗਿਆ। ਠੀਕ ਹੈ, ਤਾਂ ਇਸ ਹਿਸਾਬ ਨਾਲ ਇਹਦੇ ਵਿੱਚ ਚੈਪਟਰ ਦਾ ਕੀ ਸੀਗਾ
ਓਵਰਵਿਊ ਹੈਗਾ ਸਾਰੇ ਦਾ ਸਾਰਾ ਇਹਦੇ ਵਿੱਚ, ਜਿਹੜੀ ਚੀਜ਼ਾਂ ਆਪਾਂ ਇਹਦੇ ਵਿੱਚ ਕੀ ਕਰਨੀਆਂ ਨੇ, ਡਿਸਕਸ ਕਰਨੀਆਂ ਨੇ। ਠੀਕ ਹੈ, ਤਾਂ ਇਸ ਤੋਂ ਅੱਗੇ ਆਪਾਂ ਹੁਣ ਸਟਾਰਟ ਕਰਾਂਗੇ। ਨੈਕਸਟ ਆ ਜਿਹੜਾ ਸਾਡੇ ਕੋਲ ਕਿਊਬਨ ਮਿਸਲ, ਜੋ ਮੇਨ ਟੌਪਿਕ ਹੈਗਾ ਉਹ ਹੈਗਾ ਕਿਊਬਨ ਮਿਸਲ ਕ੍ਰਾਈਸਿਸ। ਕਿਊਬਨ ਮਿਸਲ ਕੀ ਹੈ? ਕਿਊਬਾ ਕੀ ਇੱਕ ਦੇਸ਼ ਦਾ ਨਾਮ ਆ, ਛੋਟਾ ਜਿਹਾ ਦੇਸ਼ ਹੈਗਾ ਅਮਰੀਕਾ ਦੇ ਬਿਲਕੁਲ ਜੜ ਦੇ ਵਿੱਚ, ਲਾ ਲਓ ਆਈਲੈਂਡ ਹੈਗਾ, ਸਮੁੰਦਰ ਦੇ ਕਿਨਾਰੇ ਦੇ ਉੱਤੇ ਆ ਇਹ ਦੇਸ਼ ਆ, ਨੇੜੇ ਇਹ ਅਮਰੀਕਾ ਦੇ ਪੈਂਦਾ ਹੈਗਾ। ਤਾਂ ਇਹਦੇ ਵਿੱਚ ਕੀ ਹੈਗਾ, ਆਪਾਂ ਇਹਦੇ ਵਿੱਚ ਦੇਖਾਂਗੇ ਕਿ ਕਿਊਬਨ ਮਿਸਲ ਕ੍ਰਾਈਸਿਸ ਕੀ ਆ, ਬਹੁਤ ਇੰਪੋਰਟੈਂਟ ਹੈਗਾ। ਜਿਹਦੇ ਤੋਂ ਕੋਲਡ ਵਾਰ ਜਿਹੜੀ ਹੈ ਸਮਝ ਲਓ ਸ਼ੁਰੂ ਹੋਈ ਆ, ਉਹ ਇਹੀ ਮੇਨ ਰੀਜ਼ਨ ਸੀਗਾ ਕਿਊਬਨ ਮਿਸਲ ਕ੍ਰਾਈਸਿਸ। ਤਾਂ ਹੋਇਆ ਕੀ ਸੀ, ਅਪ੍ਰੈਲ 1961 ਦੇ ਵਿੱਚ ਜਿਹੜੇ ਲੀਡਰ ਸੀਗੇ ਕਿੱਥੋਂ ਦੇ ਜੀ, ਸੋਵੀਅਤ ਯੂਨੀਅਨ ਸੋਸ਼ਲਿਸਟ ਰਿਪਬਲਿਕ ਹੈਗਾ, ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਸੋਵੀਅਤ ਯੂਨੀਅਨ ਕਹਿ ਦਿੰਦੇ ਹਾਂ ਜਿਹਨੂੰ ਆਪਾਂ, ਤਾਂ ਇਹ USSR ਹੋ ਗਿਆ, ਏਸੀ ਦੀ ਫੁੱਲ ਫਾਰਮ ਹੈਗੀ। ਇਹ ਕੀ ਸੀਗੇ, ਇਹ ਚਿੰਤਤ ਸੀਗੇ ਕਾਹਦੇ ਵਾਸਤੇ ਕਿ ਜੀ ਜਿਹੜਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੈਗਾ, ਜਿਹੜਾ USA ਹੈਗਾ, ਇਹ ਕੀ ਕਰੂਗਾ, ਇਨਵੇਡ ਮੀਨਸ ਹਮਲਾ ਕਰੂਗਾ ਕਿਹਦੇ 'ਤੇ, ਕਮਿਊਨਿਸਟ ਰੂਲਡ ਕਿਊਬਾ। ਜਿਹੜਾ ਕਿਊਬਾ ਦੇਸ਼ ਸੀਗਾ ਇਹ ਸਮਝ ਲਓ ਮਿੱਤਰ ਸੀ ਇਹਨਾਂ ਦਾ, USSR ਵਾਲਿਆਂ ਦਾ, ਅਤੇ ਇੱਥੇ ਕਿਹੜਾ ਸੀਗਾ, ਕਮਿਊਨਿਸਟ ਰੂਲਡ ਸੀਗਾ, ਮਤਲਬ ਕਿ ਇਹ ਕੀ ਸੀ, ਸਾਮਿਆਵਾਦ ਸੀ, ਜਿਹੜਾ ਕਮਿਊਨਿਸਟ ਸੀਗੇ ਜਿਹੜੇ, ਜਾਂ ਮਾਰਕਸ ਦੀ ਥਿਊਰੀ ਸੀਗੀ, ਇਹ ਉਹਦੇ ਨੂੰ ਇੰਪਲੀਮੈਂਟ ਕਰਦੇ ਸੀ। ਅਤੇ ਜੋ USA ਆ ਗਏ, ਇਹ ਕਿਹਨੂੰ ਯੂਜ਼ ਕਰਦੇ ਸੀਗੇ, ਇਹ ਕੈਪੀਟਲਿਜ਼ਮ ਸੀਗਾ ਜੀ, ਕੈਪੀਟਲਿਜ਼ਮ ਇਹਨੂੰ ਕਹਿ ਦਿੰਦੇ ਹੁੰਦੇ ਹੈਗੇ ਪੂੰਜੀਵਾਦ, ਮਤਲਬ ਕਿ ਇਹ ਚਾਹੁੰਦਾ ਸੀ ਸਾਰਾ ਕੁਛ ਪ੍ਰਾਈਵੇਟ ਹੀ ਹੋਵੇ ਜੀ, ਨੌਕਰੀਆਂ ਵੀ ਪ੍ਰਾਈਵੇਟ ਹੋਣ, ਜ਼ਮੀਨਾਂ ਵੀ ਪ੍ਰਾਈਵੇਟ ਹੋ ਜਾਣ, ਸਭ ਕੁਛ ਪ੍ਰਾਈਵੇਟ, ਮਤਲਬ ਕਿ ਇਹ ਜਿਹੜੇ ਸੀਗੇ ਇਹ ਜ਼ੋਰ ਦਿੰਦੇ ਸੀਗੇ ਸਰਕਾਰੀ ਦੇ ਉੱਤੇ, USSR। ਠੀਕ ਆ, ਮੈਂ ਕਿਉਂਕਿ ਜੇ ਡੀਪਲੀ ਚਲੇ ਗਏ ਤਾਂ ਨਾ ਬਹੁਤ ਜ਼ਿਆਦਾ ਲੈਂਥੀ ਹੈ ਇਹ ਟੌਪਿਕ, ਤਾਂ ਸਮਝਣ ਦੀ ਗੱਲ ਆ ਇਹ ਹੈ ਕਿ ਤੁਹਾਨੂੰ ਇੰਨਾ ਪਤਾ ਲੱਗ ਜੇ। ਇੱਕ ਕਹਿੰਦੇ ਸੀਗੇ ਕਿ ਪ੍ਰਾਈਵੇਟਾਈਜੇਸ਼ਨ ਹੋ ਜੇ, ਇੱਕ ਕਹਿੰਦੇ ਸੀਗੇ ਕਿ ਸਰਕਾਰੀ ਹੋਣਾ ਚਾਹੀਦਾ ਸਾਰਾ ਕੁਛ। ਠੀਕ ਆ, ਤਾਂ ਦੋ ਤਰ੍ਹਾਂ ਦੀ ਆਈਡੀਓਲੋਜੀ ਸੀਗੀ, ਥਿਊਰੀ ਸੀਗੀ, ਇੱਕ ਨੂੰ ਇਹ ਮੰਨ ਰਹੇ ਸੀਗੇ, ਦੂਸਰੇ ਨੂੰ ਇਹ ਮੰਨ ਰਹੇ ਸੀ। ਤਾਂ ਜਿਹੜਾ ਇਹਨਾਂ ਦਾ ਦੋਸਤ ਸੀ ਸਮਝ ਲਓ ਜੀ, ਉਹ ਸੀਗਾ ਕਿਊਬਾ ਸੀਗਾ। ਕਿਊਬਾ ਪਰ ਨੇੜੇ ਕਿਹਦੇ ਸੀਗਾ, ਜਦੋਂ ਅਸੀਂ ਮੈਪ ਦੇ ਵਿੱਚ ਦੇਖਾਂਗੇ ਅਮਰੀਕਾ ਦੇ ਨੇੜੇ ਸੀਗਾ। ਅਤੇ ਇਹਨਾਂ ਨੂੰ ਆਇਆ ਸੀਗਾ ਕਿ ਜਿਹੜਾ ਅਮਰੀਕਾ ਗਾ ਨਾ ਉਹ ਸਾਡੇ ਦੋਸਤ 'ਤੇ ਹਮਲਾ ਨਾ ਕਰਦੇ। ਠੀਕ ਹੈ, ਇਸ ਕਰਕੇ ਵੀ ਹਮਲਾ ਕਰਕੇ ਕੀ ਕਰਦੇ, ਐਂਡ ਓਵਰਥਰੋ ਫੀਦਲ ਕਾਸਤਰੋ। ਜਿਹੜਾ ਫਿਦਲ ਕਾਸਤਰੋ ਸੀਗਾ ਇੱਥੋਂ ਦਾ ਮਿਨਿਸਟਰ ਸੀਗਾ, ਲਾ ਲਓ ਰਾਜਾ ਲਾ ਲਓ, ਮਿਨਿਸਟਰ ਲਾ ਲਓ, ਇੱਥੇ ਲਿਖਿਆ ਇਹਨਾਂ ਨੇ ਪ੍ਰੈਜ਼ੀਡੈਂਟ ਲਿਖਿਆ ਹੈਗਾ। ਅਤੇ ਇਸ ਛੋਟਾ ਜਿਹਾ ਆਈਲੈਂਡ ਸੀਗਾ, ਤਾਂ ਇਹਦੇ ਜਿਹੜਾ ਕੀ ਸੀਗਾ, ਕੋਸਟ ਆਫ ਯੂਨਾਈਟਿਡ ਸਟੇਟ ਦਾ ਜਿਹੜਾ ਅਮਰੀਕਾ ਗਾ ਉਹਦੇ ਸਮੁੰਦਰੀ ਜਿਹੜੇ ਕਿਨਾਰੇ ਆ ਉੱਥੇ ਸੀ ਇਹ ਛੋਟਾ ਜਿਹਾ ਦੇਸ਼। ਕਿਤੇ ਐਂ ਨਾ ਹੋਵੇ ਅਮਰੀਕਾ ਇਹਦੇ 'ਤੇ ਹਮਲਾ ਕਰਦੇ ਅਤੇ ਉਹ ਜਿਹੜਾ ਫਿਦਲ ਕਾਸਤਰੋ ਉਹਨੂੰ ਕੀ ਹੈ ਪ੍ਰੈਜ਼ੀਡੈਂਟ ਦੀ ਗੱਦੀ ਤੋਂ ਲਾ ਦੇ ਅਤੇ ਇਹਦੇ 'ਤੇ ਕਬਜ਼ਾ ਕਰ ਲਏ। ਠੀਕ ਹੈ, ਰੀਜ਼ਨ ਕੀ ਸੀਗਾ, ਹੁਣ ਮੈਂ ਤੁਹਾਨੂੰ ਪਹਿਲਾਂ ਦੱਸਤਾ, ਜਿਹੜਾ ਕਿਊਬਾ ਸੀਗਾ ਵਾਜ਼ ਐਲੀ ਮਤਲਬ ਕੀ ਹੋ ਗਿਆ, ਫਰੈਂਡ, ਮਿੱਤਰ ਸੀ, ਇਹ ਦੋਸਤ ਸੀ ਕਿਹਦਾ, ਇਹ ਸੋਵੀਅਤ ਯੂਨੀਅਨ ਦਾ ਦੋਸਤ ਸੀ, ਪਰ ਗਵਾਂਢੀ ਕਿਹਦਾ ਸੀਗਾ, ਅਮਰੀਕਾ ਦਾ। ਤਾਂ ਇਹਨੂੰ ਕੀ ਸੀਗਾ, ਰਿਸੀਵਡ ਬੋਥ ਡਿਪਲੋਮੈਟਿਕ ਐਂਡ ਫਾਈਨੈਂਸ਼ੀਅਲ ਏਡ ਫਰੋਮ ਇਟ। ਤਾਂ ਇਹਨੂੰ ਕੀ ਸੀਗਾ, ਡਿਪਲੋਮੈਟਿਕ ਹੁੰਦਾ ਗਾ ਜਿਹੜੀ ਕੂਟਨੀਤਿਕ ਹੁੰਦੀ ਹੈ, ਇਹਨੂੰ ਪੰਜਾਬੀ 'ਚ ਕਹਿੰਦੇ ਹੁੰਦੇ ਆ ਕੂਟਨੀਤੀ ਦਾ ਮਤਲਬ ਜੇ ਆਪਾਂ ਕਹਿੰਦੇ ਹੁੰਦੇ ਹਾਂ ਕੰਮ ਵੀ ਹੋ ਜੇ, ਸੱਪ ਵੀ ਮਰ ਜੇ, ਲਾਠੀ ਵੀ ਨਾ ਟੁੱਟੇ। ਠੀਕ ਆ, ਡਿਪਲੋਮੈਟਿਕ ਪਾਵਰ ਯੂਜ਼ ਕਰਦੇ ਸੀਗੇ, ਮਤਲਬ ਕਿ ਜਿਵੇਂ ਮੰਨ ਲਓ ਹੁਣ ਆਪਣੇ ਇੰਡੀਅਨ ਗੌਰਮੈਂਟ ਦੇ ਵਿੱਚ BJP ਨੇ ਕੀ ਕੀਤਾ ਸੀਗਾ, ਕਿਸਾਨਾਂ ਦੇ ਲਈ ਇੱਕ ਰੂਲ ਬਣਾਇਆ ਸੀਗਾ ਕਿ ਜ਼ਮੀਨਾਂ ਤੁਹਾਡੀਆਂ ਇਹ ਕਰ ਲਾਂਗੇ, ਜੋ ਕਰ ਲਾਂਗੇ। ਤਾਂ ਜਿਹੜੀ ਕਿਸਾਨ ਅੰਦੋਲਨ ਹੋਇਆ ਸੀ, ਕਿਸਾਨ ਯੂਨੀਅਨ ਸੀ, ਇਹਨਾਂ ਨੇ ਜਾ ਕੇ ਕੀ ਕੀਤਾ, ਧਰਨਾ ਲਾ ਕੇ ਇਹਨਾਂ ਨੇ ਕੀ ਕੀਤਾ, ਡਿਪਲੋਮੈਸੀ ਦਿਖਾਈ ਆਪਦੀ, ਮਤਲਬ ਕਿ ਕੂਟਨੀਤੀ। ਤਾਂ ਇਹਨੂੰ ਡਿਪਲੋਮੈਟਿਕ ਗਰੁੱਪ ਕਹਿ ਦਿੰਦੇ ਹੁੰਦੇ ਹੈਗੇ ਅੱਗੇ ਜਾ ਕੇ, ਪ੍ਰੈਸ਼ਰ ਗਰੁੱਪ ਵੀ ਕਹਿ ਦਿੰਦੇ ਆ ਕਿ ਇਹਨਾਂ ਨੇ ਪ੍ਰੈਸ਼ਰ ਪਾਇਆ ਉਹਨਾਂ ਦੇ ਉੱਤੇ। ਠੀਕ ਹੈ, ਪ੍ਰੈਸ਼ਰ ਪਾ ਕੇ ਜੀ ਉਹਨਾਂ ਨੇ ਕੀ ਕੀਤਾ ਗਾ, ਆਪਦਾ ਕੰਮ ਕਰਾ ਲਿਆ। ਠੀਕ ਹੈ, ਵਾਪਸ ਲੈ ਲਏ ਉਹ। ਤਾਂ ਇਸ ਲਈ ਕੀ ਸੀਗਾ, ਤਾਂ ਡਿਪਲੋਮੈਟਿਕ ਦਾ ਮਤਲਬ ਕਿ ਹੁਣ ਕਿਊਬਾ ਸੀ, ਉਹਨੂੰ ਜੇ ਪੈਸਿਆਂ ਦੀ ਲੋੜ ਹੁੰਦੀ ਸੀਗੀ ਤਾਂ ਉਹ ਵੀ ਗਿਆ, ਜਦੋਂ ਦੋਸਤ USSR ਦਾ ਉਹੀ ਦਿੰਦਾ ਸੀਗਾ। ਠੀਕ ਹੈ, ਅਤੇ ਜੇਕਰ ਉਹਨੂੰ ਕੋਈ ਡਿਪਲੋਮੈਟਿਕ ਲੋੜ ਹੁੰਦੀ ਸੀ, ਮਤਲਬ ਕਿ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ ਸਾਡੇ ਇੰਡੀਆ ਗਾ, ਇੰਡੀਆ ਦੇ ਗਵਾਂਢ ਦੇ ਵਿੱਚ ਕੀ ਹੈਗਾ, ਸਾਡੇ ਪਾਕਿਸਤਾਨ ਹੈਗਾ। ਠੀਕ ਹੈ, ਇੱਥੇ ਇੰਡੀਆ ਗਾ, ਜਿਹੜਾ ਪਾਕਿਸਤਾਨ ਆ ਇਹ USA ਦੇ ਨੇੜੇ ਹੈਗਾ, ਅਤੇ ਜਿਹੜਾ ਇੰਡੀਆ ਗਾ ਇਹ ਅਸੀਂ ਜ਼ਿਆਦਾਤਰ ਅੰਦਰ ਖਾਤੇ ਰਹੇ ਹੈਗੇ, ਡਾਇਰੈਕਟ ਨਹੀਂ, ਸ਼ਰੇਆਮ ਨਹੀਂ ਰਹੇ, ਅਸੀਂ USSR ਦੇ ਨੇੜੇ ਹੀ ਰਹੇ ਹੈਗੇ। ਪਹਿਲਾਂ ਰਸ਼ੀਆ, ਕਿਉਂਕਿ ਰਸ਼ੀਆ ਨੇ ਸਾਨੂੰ ਜਹਾਜ਼ ਦਿੱਤੇ ਸੀਗੇ, ਮਿਗ ਜਿਹੜਾ 21 ਸੀ ਉਹ ਰਸ਼ੀਆ ਤੋਂ ਹੀ ਆਇਆ ਸੀ ਸਾਡੇ ਕੋਲ। ਤਾਂ ਪਾਕਿਸਤਾਨ ਕੀ ਕਹਿ ਦਿੰਦਾ ਗਾ, ਮਤਲਬ ਕਿ ਹੁਣ ਪਾਕਿਸਤਾਨ ਨੇ ਸਾਡੇ ਨਾਲ ਮੰਨ ਲਓ ਹਮਲਾ ਕਰਨਾ ਸਾਡੇ 'ਤੇ, ਤਾਂ ਇਹ ਹੈਲਪ ਮੰਗ ਸਕਦਾ ਹੈਗਾ USA ਤੋਂ। ਇਹ ਕਹਿ ਸਕਦਾ ਜੀ ਮੈਨੂੰ ਨਿਊਕਲੀਅਰ ਵੈਪਨ ਦੇ ਦਿਓ, ਮੈਨੂੰ ਲੇਟੈਸਟ ਤੁਸੀਂ ਹਥਿਆਰ ਦੇ ਦਿਓ, ਮੈਨੂੰ ਪੈਸਾ ਵੀ ਚਾਹੀਦਾ ਹੈਗਾ। ਤਾਂ ਉਹ ਕੀ ਹੋ ਗਿਆ, ਇੱਥੇ ਡਿਪਲੋਮੈਸੀ ਹੋ ਜਾਂਦੀ ਆ ਕਿ ਸਪੋਰਟ ਇਹਦੀ ਕਰਤੀ, ਤਾਂ ਅਸੀਂ ਆਖਿਆ ਯਾਰ ਵੀ ਹਾਂ ਉਹਦੀ ਸਪੋਰਟ ਇਹ ਕਰ ਰਿਹਾ ਹੈਗਾ, ਹੈ ਨਾ, ਤਾਂ ਸਾਨੂੰ ਵੀ ਇਹਦੇ ਨਾਲ ਮਿੱਤਰਤਾ ਬਣਾਉਣੀ ਚਾਹੀਦੀ ਹੈ ਤਾਂ ਕਿ ਇਹ ਸਾਡੇ ਹੱਕ ਦੇ ਵਿੱਚ ਹੋਵੇ। ਤਾਂ ਮੈਂ ਬਹੁਤ ਜ਼ਿਆਦਾ ਪੰਜਾਬੀ ਸਰਲ ਭਾਸ਼ਾ 'ਚ ਸਮਝਾ ਰਿਹਾ ਗਾ ਤਾਂ ਕਿ ਤੁਹਾਨੂੰ ਇਹ ਗੱਲ ਸਮਝ ਆ ਜਾਏ ਕਿ ਡਿਪਲੋਮੈਸੀ ਹੁੰਦੀ ਕੀ ਹੈਗੀ। ਠੀਕ ਹੈ ਜੀ,
ਤਾਂ ਹੁਣ ਜਿਹੜਾ ਕਿਊਬਾ ਸੀ ਉਹਨੂੰ USSR ਦੇ ਕੋਲੋਂ ਕੀ ਮਿਲਦੀਆਂ ਸੀਗੀਆਂ ਫਾਈਨੈਂਸ਼ੀਅਲ ਅਤੇ ਡਿਪਲੋਮੈਟਿਕ ਏਡ ਮੀਨ ਹੁੰਦਾ ਹੈਲਪ ਮਿਲਦੀ ਸੀ। ਤਾਂ ਜਿਹੜਾ ਨਿਕਿਤਾ ਖੁਰਸ਼ਚੇਵ ਸੀਗਾ ਇਹ ਲੀਡਰ ਕਿੱਥੋਂ ਦਾ ਸੀਗਾ, ਸੋਵੀਅਤ ਯੂਨੀਅਨ ਮੀਨਸ USSR ਦਾ ਲੀਡਰ ਸੀਗਾ ਇਹ। ਉਹਨੇ ਡਿਸਾਈਡ ਕੀਤਾ, ਫੈਸਲਾ ਲਿਆ ਕਿ ਕਨਵਰਟ ਕਿਊਬਾ ਨੂੰ ਕਨਵਰਟ ਕਰਨਾ ਗਾ ਰਸ਼ੀਅਨ ਬੇਸ। ਤਾਂ USSR ਸੀ ਨਾ ਜਿਹੜਾ, ਇਹਦੇ ਵਿੱਚ ਕੀ ਸੀਗਾ ਟੋਟਲ 24 ਦੇਸ਼ ਸੀਗੇ ਯੂਰਪ ਦੇ, ਜਿਹਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਪਾਵਰਫੁਲ ਕੌਣ ਸੀਗਾ, ਰਸ਼ੀਆ ਸੀਗਾ। ਠੀਕ ਹੈ, ਤਾਂ ਇਕੱਠੇ ਹੋਏ ਸੀਗੇ ਸਾਰੇ ਦੇ ਸਾਰੇ। ਤਾਂ ਰਸ਼ੀਅਨ ਬੇਸ ਮੀਨਸ ਕੀ ਹੋ ਗਿਆ ਕਿ ਸਮਝ ਲਓ ਅਸੀਂ ਕਿ ਜੀ ਆਪਦੀ ਛਾਉਣੀ ਬਣਾਉਣੀ ਹੈਗੀ, ਜਿਵੇਂ ਆਪਣੇ ਛਾਉਣੀ ਹੁੰਦੀ ਉੱਥੇ ਹਥਿਆਰ ਹੁੰਦੇ ਆ, ਵੈਪਨ ਰੱਖ ਲੈਂਦੇ ਆ, ਹਵਾਈ ਅੱਡਾ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਉਹ ਬਣਾ ਲੈਂਦੇ ਹੈਗੇ। ਤਾਂ ਉਹਨੇ ਕਿਹਾ ਕਿ ਵੀ ਨਿਕਿਤਾ ਖੁਰਸ਼ਚੇਵ ਯਾਦ ਰੱਖਣਾ ਗਾ ਇਹ USSR ਦਾ ਲੀਡਰ ਸੀਗਾ, ਫਿਦੇਲ ਕਾਸਤਰੋ ਸੀਗਾ ਜਿਹੜਾ ਕਿਊਬਾ ਦਾ ਲੀਡਰ ਸੀਗਾ, ਕਿ ਅਸੀਂ ਜੀ ਸੋਵੀਅਤ ਯੂਨੀਅਨ ਆ ਜਿਹੜੀ, ਠੀਕ ਹੈ, ਇਹ ਕੀ ਹੈਗਾ ਲੀਡਰ ਨੇ ਡਿਸਾਈਡ ਕੀਤਾ ਕਿ ਅਸੀਂ ਰਸ਼ੀਅਨ ਬੇਸ ਬਣਾਵਾਂਗੇ ਉੱਥੇ। ਤਾਂ 1962 ਦੇ ਵਿੱਚ ਉਹਨੇ ਕੀ ਕੀਤਾ, ਉੱਥੇ ਨਿਊਕਲੀਅਰ ਮਿਸਾਈਲ ਸੀਗੀਆਂ ਕਿਊਬਾ ਦੇ ਵਿੱਚ ਫਿੱਟ ਕਰਤੀਆਂ, ਲਾਤੀਆਂ, ਮੀਨਸ ਇੰਸਟਾਲੇਸ਼ਨ ਹੋ ਗਈ ਉਹਨਾਂ ਦੀ। ਠੀਕ ਹੈ, ਤਾਂ ਜਿਹਦੇ ਨਾਲ ਕੀ ਹੋ ਗਿਆ, ਜਦੋਂ ਇਹਨਾਂ ਨੇ ਇੰਸਟਾਲ ਕਰਤਾ ਤਾਂ ਇਹਨੇ US ਦੇ ਜਿਹੜੇ ਅਮਰੀਕਾ ਦੇ ਸੀਗੇ, ਪਹਿਲੀ ਵਾਰ ਹੋਇਆ ਸੀਗਾ ਕਿ ਇਹ ਇੱਕ ਤਰ੍ਹਾਂ ਅੱਗ ਦੇ ਥੱਲੇ ਆਇਆ ਸੀਗਾ। ਠੀਕ ਹੈ, ਕਿਹਦੇ ਕਰਕੇ ਜੀ, ਕਲੋਜ਼ ਰੇਂਜ ਇੰਨੀ ਨੇੜੇ। ਠੀਕ ਹੈ, ਨੀਅਰਲੀ ਡਬਲਡ ਦਾ ਨੰਬਰ ਆਫ ਬੇਸਿਸ ਔਰ ਸਿਟੀਜ਼ ਇਨ ਦਾ ਅਮੈਰੀਕਨ ਮੇਨਲੈਂਡ। ਕਿ ਕੀ ਆ ਇਹਨਾਂ ਮਿਸਾਈਲ ਦੀ ਜਿਹੜੀ ਮਾਰ ਸੀ ਉਹਦੀ ਰੇਂਜ ਦੇ ਵਿੱਚ ਅਮਰੀਕਾ ਦਾ ਪਹਿਲੀ ਵਾਰ ਕੀ ਹੋ ਗਿਆ ਸੀ ਕਿ ਅਮੈਰੀਕਨ ਦੀ ਮੇਨ ਲੈਂਡ, ਇਹਨਾਂ ਦੇ ਬਹੁਤ ਸਾਰੇ ਸਿਟੀਜ਼ ਅਤੇ ਇਹਨਾਂ ਦੇ ਜਿਹੜੇ ਬੇਸ ਬਣੇ ਹੋਏ ਸੀਗੇ ਮਿਲਟਰੀ ਦੇ, ਉਹ ਮਾਰ ਦੇ ਹੇਠ ਆਉਂਦੇ ਸੀਗੇ ਜੇਕਰ ਉੱਥੇ ਉਹਨਾਂ ਨੇ ਮੋਬਾਈਲਾਂ ਜਿੱਥੋਂ ਫਿੱਟ ਕਰ ਲਈਆਂ ਸੀਗੀਆਂ। ਠੀਕ ਹੈ, ਵਿਚ ਕੁੱਡ ਬੀ ਥ੍ਰੈਟਨਡ ਬਾਏ USSR। ਤਾਂ ਹੁਣ ਕੀ ਹੋ ਗਿਆ, ਅਗਲੇ ਨੇ ਕੀ ਅੱਜ ਮੈਂ ਗਵਾਂਢ ਦੇ ਵਿੱਚ ਆ ਕੇ ਕੀ ਮਿਸਾਈਲਾਂ ਲਾ ਲਈਆਂ। ਠੀਕ ਹੈ, ਤਾਂ ਇਸ ਲਈ ਕੀ ਹੋ ਗਿਆ ਕਿ ਇਹਨਾਂ ਨੂੰ ਫਿਰ ਵੀ ਡਰ ਹੋ ਗਿਆ ਵੀ ਹੁਣ ਹੋਣਾ ਕੀ ਆ ਸਾਡਾ। ਅਸਲ ਦੇ ਵਿੱਚ ਕੀ ਆ, ਜੇ ਸਾਡੀ ਧਰਤੀ ਆ, ਮੰਨ ਲਓ ਐਗਜ਼ਾਮਪਲ ਦੇ ਰਿਹਾ ਕਿ USA ਇੱਥੇ ਹੈਗਾ ਅਤੇ ਜਿਹੜਾ ਰਸ਼ੀਆ ਜਾਂ USSR ਜਾਂ ਯੂਰਪ ਆ ਉਹ ਇੱਥੇ ਆ ਧਰਤੀ ਦੇ। ਤਾਂ ਇਹਨਾਂ ਦੇ ਵਿੱਚ ਨਾ ਆਪਸ ਦੇ ਵਿੱਚ ਸਿੱਧੀ ਲੜਾਈ ਨਹੀਂ ਹੋ ਸਕਦੀ ਕਿਉਂਕਿ ਇਹਨਾਂ 'ਚ ਗੈਪ ਬਹੁਤ ਆ। ਤਾਂ ਇਹ ਕੀ ਕਰਦੇ ਹੈਗੇ, ਆਪ ਦੀ ਜਿਹੜੀ ਅੜਕੁੜ ਹੁੰਦੀ ਹੈਗੀ ਨਾ ਉਹ ਦੂਜੇ ਦੇਸ਼ਾਂ, ਜਿਹੜਾ ਇਹਨਾਂ ਦਾ ਗਵਾਂਢੀ ਦੇਸ਼ ਹੈਗਾ ਇਹਨੇ ਇਹਨੂੰ ਦੋਸਤ ਬਣਾ ਲਿਆ, ਜਿਹੜਾ ਇਹਨਾਂ ਦਾ ਕੋਈ ਗਵਾਂਢੀ ਦੇਸ਼ ਹੈ ਇਹ ਇੱਥੋਂ ਦੇ ਬੰਦੇ ਪੱਟਣ ਦੀ ਕੋਸ਼ਿਸ਼ ਕਰਦਾ, ਅਤੇ ਆਪ ਦੀ ਲੜਾਈ ਹੈ ਜਿਹੜੀ ਇੱਕ ਦੂਜੇ ਨਾਲ ਐਂ ਕੱਢਦੇ ਹੈਗੇ। ਤਾਂ ਹੁਣ ਇੱਕ ਦੂਜੇ 'ਤੇ ਤਾਂ ਇਹ ਹਮਲਾ ਕਰ ਨਹੀਂ ਸਕਦੇ ਸੀ, ਪਰ ਇੱਥੇ ਮੰਨ ਲਓ ਕੀ ਸੀਗਾ, ਕਿਊਬਾ ਇਹਨਾਂ ਨੇ ਦੇ ਨਾਲ ਸੀ। ਕਿਊਬਾ ਦੇ ਵਿੱਚ ਇਹਨਾਂ ਨੇ ਕੀਤਾ ਜਿਹੜੀਆਂ ਮਿਸਾਈਲ ਸੀ ਆਪਦੀਆਂ ਉਹ ਫਿੱਟ ਕਰਤੀਆਂ, ਮਿਸਾਈਲ ਇੱਥੇ ਫਿੱਟ ਕਰਤੀਆਂ ਤਾਂ ਕਿ USA ਨੂੰ ਕੀ ਹੋ ਸਕੇ, ਜ਼ਿਆਦਾ ਤੋਂ ਜ਼ਿਆਦਾ ਇਹ ਕੀ ਆ ਖਤਰਾ ਪੈਦਾ ਕਰ ਸਕਣ ਉਹਨਾਂ ਦੇ ਵਾਸਤੇ। ਠੀਕ ਹੈ, ਤਾਂ ਇਹ ਐਵੇਂ ਹੋਇਆ ਸੀ। ਤਾਂ ਹੋਇਆ ਕੀ ਜੀ ਅੱਗੇ ਜਾ ਕੇ 3 ਵੀਕਸ ਆਫਟਰ, 3 ਹਫ਼ਤਿਆਂ ਦੇ ਬਾਅਦ ਸੋਵੀਅਤ ਯੂਨੀਅਨ ਹੈਡ ਪਲੇਸਡ ਦਾ ਨਿਊਕਲੀਅਰ ਵੈਪਨ ਇਨ ਕਿਊਬਾ। ਤਾਂ ਉਹਨੇ ਕੀ ਹੈ ਜੀ, ਸੋਵੀਅਤ ਯੂਨੀਅਨ ਨੇ ਨਿਊਕਲੀਅਰ ਵੈਪਨ ਸੀਗੇ ਲਾਤੇ ਉੱਥੇ ਜਾ ਕੇ। ਤਾਂ ਜਿਹੜੇ ਅਮੈਰੀਕਨ ਸੀ ਉਹਨਾਂ ਨੂੰ ਨਾ 3 ਹਫ਼ਤਿਆਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲ ਗਈ, ਅਵੇਅਰ ਹੋ ਗਏ ਵੀ ਆਹ ਕੰਮ ਹੋ ਰਿਹਾ ਉੱਥੇ। ਤਾਂ ਜਿਹੜਾ US ਸੀਗਾ, ਹੁਣ ਦੇਖੋ ਉਹਦਾ ਨਾਮ ਦੇਖ ਲਓ, ਪ੍ਰੈਜ਼ੀਡੈਂਟ ਉੱਥੇ ਸੀਗਾ ਜੌਨ F ਕੈਨੇਡੀ ਸੀਗਾ। ਠੀਕ ਹੈ, USA ਦਾ। ਤਾਂ ਇਹ ਚੀਜ਼ਾਂ ਧਿਆਨ ਰੱਖਣਾ। ਇੱਥੇ ਸੀਗਾ ਨਿਕਿਤਾ ਖੁਰਸ਼ਚੇਵ ਅਤੇ ਇੱਥੇ ਸੀਗਾ ਜੀ ਫਿਦੇਲ ਕਾਸਤਰੋ। ਠੀਕ ਹੈ, ਤਾਂ ਇਹਨਾਂ ਦਾ ਜਿਹੜਾ ਲੀਡਰ ਸੀਗਾ ਜੌਨ F ਕੈਨੇਡੀ ਸੀਗਾ US ਦਾ। ਤਾਂ ਉਹਨੇ ਕੀ, ਉਹਦੇ ਜਿਹੜੇ ਐਡਵਾਈਜ਼ਰ ਮੀਨਸ ਕੀ ਹੋ ਗਿਆ, ਸਲਾਹਕਾਰ ਸੀ, ਉਹਨਾਂ ਨੇ ਕੀ ਕੀਤਾ ਗਾ ਕਿ ਜੀ ਇਸ ਤਰੀਕੇ ਨਾਲ ਜੇਕਰ ਕੁਛ ਹੋ ਗਿਆ, ਐਵੇਂ ਦਾ ਹੋ ਗਿਆ, ਤਾਂ ਪੋਸੀਬਿਲਿਟੀ ਹੈਗੀ ਕਿ ਨਿਊਕਲੀਅਰ ਵਾਰ ਸ਼ੁਰੂ ਹੋ ਜੂਗੀ ਇਹਨਾਂ 2 ਦੇਸ਼ਾਂ ਦੇ ਵਿੱਚ। ਠੀਕ ਹੈ, ਪਰ ਉਹਨਾਂ ਨੂੰ ਕੀ ਸੀਗਾ ਕਿ ਯਕੀਨ ਵੀ ਸੀਗਾ ਕਿ ਜਿਹੜਾ ਖੁਰਸ਼ਚੇਵ ਹੈਗਾ ਕਿ ਉਹ ਮਿਸਾਈਲ ਰਿਮੂਵ ਕਰ ਲਏ। ਠੀਕ ਹੈ, ਰਿਮੂਵ ਦਾ ਮਿਸਾਈਲ ਐਂਡ ਨਿਊਕਲੀਅਰ ਵੈਪਨ ਫਰੋਮ ਕਿਊਬਾ। ਤਾਂ ਉਹਨਾਂ ਨੇ ਮਤਲਬ ਕਿ ਇਹ ਨਿਸ਼ਚਿਤ ਕੀਤਾ ਕਿ ਕਿਸੇ ਨਾ ਕਿਸੇ ਹਿਸਾਬ ਨਾਲ ਆਪਾਂ ਇਹਨਾਂ ਦੇ ਜਿਹੜਾ ਇਹਨੇ ਬੇਸ ਬਣਾਇਆ ਉੱਥੋਂ ਰਿਮੂਵ ਕਰਵਾਈਏ। ਠੀਕ ਹੈ, ਤਾਂ ਜਿਹੜਾ ਕੈਨੇਡੀ ਸੀਗਾ ਉਹਨੇ ਆਰਡਰ ਦਿੱਤਾ ਕਿ ਇਹਨੂੰ ਅਮੈਰੀਕਨ ਵਾਰਸ਼ਿਪਸ, ਜਿਹੜੇ ਜਹਾਜ਼ ਸੀਗੇ ਇਹਨਾਂ ਦੇ ਸਮੁੰਦਰ ਦੇ ਵਿੱਚ, ਸਮੁੰਦਰ ਦੇ ਰਾਹੀਂ ਹੀ ਉਹਨਾਂ ਨੇ ਉੱਥੇ ਲਿਆਂਦਾ ਸੀਗਾ ਸਾਰਾ ਅਸਲਾ, ਟੂ ਇੰਟਰਸੈਪਟ ਮੀਨਸ ਹੋ ਗਿਆ ਕਿ ਹਾਂਜੀ ਵਿੱਚ ਉਹਦੇ ਦਖਲਅੰਦਾਜ਼ੀ ਕਰਨਾ। ਐਨੀ ਸੋਵੀਅਤ ਸ਼ਿਪ ਜਿਹੜੀਆਂ ਵੀ ਸੋਵੀਅਤ ਯੂਨੀਅਨ ਤੋਂ ਜਹਾਜ਼ ਆ ਰਹੇ ਸੀਗੇ ਅਤੇ ਕਿਊਬਾ ਵੱਲ ਨੂੰ ਆ ਰਹੇ ਸੀ ਕਿ ਉਹਨਾਂ ਦੇ ਵਿੱਚ ਜਾ ਕੇ ਦਖਲਅੰਦਾਜ਼ੀ ਕਰੋ ਐਜ਼ ਏ ਵੇ ਆਫ ਵਾਰਨਿੰਗ। ਕਹਿੰਦਾ ਲੜਨਾ ਨਹੀਂ, ਉਹਨਾਂ ਨੂੰ ਆਪਾਂ ਕਰਨੇ ਵਾਰਨਿੰਗ ਦੇਣੀ ਹੈਗੀ। ਠੀਕ ਹੈ, ਦਾ USS ਆਫ ਹਿਜ਼ ਸੀਰੀਅਸਨੈਸ, ਤਾਂ ਕਿ ਭਾਈ ਤੂੰ ਇਹ ਕੀ ਬਚਕਾਨੀਆਂ ਗੱਲਾਂ ਕਰੀ ਜਾਂਦਾ, ਤੂੰ ਮਾੜਾ ਜਿਹਾ ਦਿਮਾਗ ਤੋਂ ਕੰਮ ਲੈ। ਤਾਂ ਇੱਕ ਕਲੈਸ਼ ਮੀਨਸ ਕੀ ਹੋ ਗਿਆ, ਝਗੜਾ ਹੋ ਗਿਆ ਉਹਨਾਂ ਦੇ ਵਿੱਚ ਸਟਾਰਟ ਹੋ ਗਿਆ। ਵਟ ਕੇਮ ਟੂ ਬੀ ਨੋਨ ਐਜ਼ ਦਾ ਕਿਊਬਨ ਮਿਸਲ ਕ੍ਰਾਈਸਿਸ। ਤਾਂ ਜਿਹੜਾ ਇਹ ਸਮਾਂ, ਇਹ ਜਿਹੜੀ ਸਾਰੀ ਚੀਜ਼ ਹੋਈ ਸੀ, ਇਹਨੂੰ ਕਿਊਬਨ ਮਿਸਲ ਕ੍ਰਾਈਸਿਸ ਜਾਂ ਕਿਊਬਨ ਮਿਸਾਈਲ ਕ੍ਰਾਈਸਿਸ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈਗਾ। ਠੀਕ ਹੈ, ਤਾਂ ਇਹ ਸੀਗਾ। ਨੈਕਸਟ ਕੀ ਹੋ ਗਿਆ, ਦਾ ਪ੍ਰੋਸਪੈਕਟ ਆਫ ਦਿਸ, ਅੱਗੇ ਜਿਹੜਾ ਇਹਦਾ ਕੀ ਹੋ ਗਿਆ ਪ੍ਰਭਾਵ ਕੀ ਸੀਗਾ, ਜਿਹੜਾ ਕਲੈਸ਼ ਸੀਗਾ
ਮੇਡ ਦਾ ਹੋਲ ਵਰਲਡ ਨਰਵਸ, ਪੂਰੀ ਦੁਨੀਆ ਕੀ ਹੋ ਗਈ ਸੀ, ਨਰਵਸ ਹੋ ਗਈ ਸੀਗੀ। ਕਿਉਂ ਜੀ? ਕਿਉਂਕਿ ਇਹਦੇ ਨਾਲ ਕੀ ਇਹ ਕੋਈ ਆਮ ਲੜਾਈ ਨਹੀਂ ਹੋਣੀ ਸੀਗੀ ਵੀ ਹਾਂ ਵੀ ਥੱਪੜ ਥੱਪੜੀ ਹੋ ਗਈ ਕਿਸੇ ਦੇ ਨਾਲ। ਇਵੈਂਚੁਅਲੀ ਟੂ ਦਾ ਵਰਲਡ ਗ੍ਰੇਟ ਰਿਲੀਫ ਬੋਥ ਸਾਈਡ ਡਿਸਾਈਡਡ ਟੂ ਅਵੋਇਡ ਵਾਰ, ਕਹਿੰਦੇ ਵੀ ਕਿਉਂਕਿ ਜੇ ਲੜਾਈ ਹੋਣੀ ਸੀ ਤਾਂ ਨਿਊਕਲੀਅਰ ਵਾਰ ਹੋਣੀ ਸੀ, ਨਿਊਕਲੀਅਰ ਵਾਰ ਫਿਰ ਇਹ ਹੋਣੀ ਸੀ, ਤਬਾਹੀ ਮਚਣੀ ਸੀ ਇੱਥੇ। ਤਾਂ ਉਹਨਾਂ ਨੇ ਕੀ ਕੀਤਾ ਕਿ ਪੂਰਾ ਜਿਹੜੀ ਦੁਨੀਆ ਸੀ ਉਹਨਾਂ ਨੂੰ ਭਾਈ ਕੀ ਆਇਆ, ਸੁੱਖ ਦਾ ਸਾਹ ਆਇਆ ਕਿ ਦੋਨਾਂ ਨੇ ਕਿਹਾ ਕਿ ਆਪਾਂ ਲੜਾਈ ਨੂੰ ਟਾਲੀਏ, ਨੁਕਸਾਨ ਹੋ ਜੂਗਾ। ਉਹ ਵੀ ਤਾਂ ਹੋ ਗਿਆ ਕਿਉਂਕਿ ਅਮਰੀਕਾ ਦੀ ਜੜ 'ਚ ਆ ਕੇ ਬਹਿ ਗਿਆ ਸੀਗਾ USSR, ਤਾਂ ਉਹਨੇ ਕਹਿਤਾ ਵੀ ਟਾਲੀਏ। ਜੇ ਦੂਰ ਹੁੰਦਾ ਤਾਂ ਟਲਣਾ ਉਹਨੇ ਵੀ ਨਹੀਂ ਸੀਗਾ, ਕਿਉਂਕਿ ਉਹਨੇ ਅਗਲੇ ਦੇ ਹੁਣ ਗੁਆਂਢ 'ਚ ਆ ਕੇ ਗੁਆਂਢੀ ਦੇ ਕੰਧ ਤੋਂ ਬੰਬ ਸਿੱਟਣਾ ਤਾਂ ਸੌਖਾ ਨਾ, ਇਸ ਕਰਕੇ। ਤਾਂ ਸੋਵੀਅਤ ਸ਼ਿਪਸ ਸਲੋ ਹੋ ਗਈਆਂ ਐਂਡ ਟਰਨ ਬੈਕ, ਅਤੇ ਜਿਹੜੀਆਂ ਉੱਥੋਂ ਉਹਨਾਂ ਦੇ ਜਿਹੜੇ ਜਹਾਜ਼ ਸੀਗੇ ਜੀ, ਸਮੁੰਦਰੀ ਜਹਾਜ਼, ਵਾਪਸ ਆਉਣੇ ਸ਼ੁਰੂ ਹੋ ਗਏ। ਦ ਕਿਊਬਨ ਮਿਸਲ ਕ੍ਰਾਈਸਿਸ ਵਾਜ਼ ਅ ਹਾਈ ਪੁਆਇੰਟ ਆਫ ਵਟ ਕੇਮ ਟੂ ਨੋਨ ਐਜ਼ ਕੋਲਡ ਵਾਰ। ਸਮਝ ਆ ਗਈ ਹੁਣ? ਤਾਂ ਕਿਊਬਨ ਮਿਸਲ ਕ੍ਰਾਈਸਿਸ ਹੀ ਸੀਗਾ, ਇਹੀ ਮੇਨ ਪੁਆਇੰਟ ਸੀਗਾ ਜਿਹਨੂੰ ਅਸੀਂ ਕੀ ਆ ਦਾ ਕੋਲਡ ਵਾਰ ਦੇ ਨਾਂ ਨਾਲ ਜਾਣਿਆ ਜਾਂਦਾ। ਸ਼ੀਤ ਯੁੱਧ ਮਤਲਬ ਕਿ ਅਸਲ ਲੜਾਈ ਨਹੀਂ ਹੁੰਦੀ, ਹੁਣ ਲੜਾਈ ਵਾਲਾ ਮਾਹੌਲ ਜਿਹਾ ਬਣਿਆ ਵਾ ਹੁੰਦਾ ਹੈਗਾ, ਠੀਕ ਆ। ਦ ਕੋਲਡ ਵਾਰ ਰੈਫਰ ਟੂ ਦ ਕੰਪੀਟੀਸ਼ਨਜ਼, ਦ ਟੈਂਸ਼ਨਜ਼, ਜਿਹੜੇ ਤਣਾਅ ਸੀਗੇ, ਅ ਸੀਰੀਜ਼ ਆਫ ਕਨਫਰੰਟੇਸ਼ਨਜ਼ ਬਿਟਵੀਨ ਦ ਯੂਨਾਈਟਡ ਸਟੇਟਸ ਐਂਡ ਸੋਵੀਅਤ ਯੂਨੀਅਨ ਬੈਕਡ ਬਾਏ ਦੇਅਰ ਰਿਸਪੈਕਟਿਵ ਐਲੀਜ਼। ਤਾਂ ਕੀ ਹੋ ਗਿਆ, ਜਿਹੜੇ ਉਹਨਾਂ ਦੇ ਰਿਸਪੈਕਟਿਵ ਮੀਨਸ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਦੋਸਤ ਦੇਸ਼ ਸੀਗੇ, ਉਹਨਾਂ ਦੇ ਦੁਆਰਾ ਕੀ ਹੋ ਗਿਆ, ਇਹ ਕੀ ਹੈ, ਇੱਕ ਕਨਫਰੰਟੇਸ਼ਨ ਸ਼ੁਰੂ ਹੋ ਗਈਆਂ, ਸੀਰੀਜ਼ ਆਫ ਕਨਫਰੰਟੇਸ਼ਨ, ਟੈਂਸ਼ਨਜ਼, ਤਣਾਅ ਸ਼ੁਰੂ ਹੋ ਗਏ ਉਹਨਾਂ ਦੇ ਵਿੱਚ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਾਕਿਸਤਾਨ ਅਮਰੀਕਾ ਦੇ ਨਾਲ, ਅਸੀਂ ਰਸ਼ੀਆ ਦੇ ਨਾਲ ਸੀ, ਤਾਂ ਸਾਡੇ ਵਿੱਚ ਵੀ ਹੋ ਗਿਆ ਕਿ ਹਾਂ ਵੀ ਇੱਧਰ ਜਿਹਨੂੰ ਵੀ ਦੇਖ ਲਓ, ਇੱਧਰ ਨਾਲ ਲੜਾਈ ਲੱਗ ਜੇ, ਇਹ ਸਾਡਾ ਦੋਸਤ ਆ, ਕਿਤੇ ਸਾਡੇ 'ਚ ਵੀ ਨਾ ਲੜਾਈ ਲੱਗ ਜੇ। ਫੋਰਚੂਨੇਟਲੀ ਕਿਸਮਤ ਦੇ ਨਾਲ ਕੀ ਹੋ ਗਿਆ, ਇਟ ਨੈਵਰ ਐਸਕੇਲੇਟਡ ਇਨਟੂ ਹੌਟ ਵਾਰ, ਤਾਂ ਕੋਲਡ ਵਾਰ ਹੀ ਰਹੀ, ਅਤੇ ਕੀ ਆ ਭਾਈ ਇਹ ਗਰਮ ਯੁੱਧ ਦੇ ਵਿੱਚ ਨਹੀਂ ਤਬਦੀਲ ਹੋਇਆ। ਤਾਂ ਇਹਦੇ ਵਿੱਚ ਕੀ ਹੋ ਗਿਆ, ਦੈਟ ਇਜ਼ ਅ ਫੁੱਲ ਸਕੇਲ ਵਾਰ ਬਿਟਵੀਨ ਟੂ ਪਾਵਰਸ, ਮਤਲਬ ਕਿ ਹੌਟ ਵਾਰ ਦਾ ਮਤਲਬ ਕਿ ਪੂਰੀ ਸਿੱਧੀ ਲੜਾਈ ਹੋ ਗਈ, ਉਹ ਚੀਜ਼ ਨਹੀਂ ਹੋਈ, ਬਸ ਇਕੱਲੀਆਂ ਬਿਆਨਬਾਜ਼ੀਆਂ ਹੀ ਹੋਈਆਂ, ਚੱਕ ਦਾਂਗੇ ਪਟੇ, ਮਾਰ ਦਾਂਗੇ ਅਸੀਂ, ਐਂ ਕਰ ਦਾਂਗੇ, ਸਾਡੇ ਕੋਲ ਆਗਾ, ਉਹ ਚੀਜ਼ਾਂ ਸੀਗੀਆਂ, ਲੜਾਈ ਨਹੀਂ ਹੋਈ। ਪਰ ਦੇਰ ਵਰ ਵਾਰਸ ਇਨ ਦਾ ਵੇਰੀਅਸ ਰੀਜ਼ਨਸ, ਕੁਛ ਹੋਰ ਖੇਤਰਾਂ ਦੇ ਵਿੱਚ ਲੜਾਈਆਂ ਹੋਈਆਂ, ਕਿਉਂਕਿ ਇਹਨਾਂ ਨੇ ਫਿਰ ਕਹਤਾ ਵੀ ਉੱਧਰ ਕੱਢ ਲੈਂਦੇ ਹਾਂ ਕੋਈ ਰੌਲਾ ਜਿਹੜਾ ਆਪਣਾ ਹੈਗਾ, ਜ਼ੋਰ ਦਿਖਾ ਦਿੰਦੇ ਹਾਂ। ਵਿਦ ਟੂ ਪਾਵਰਸ ਦੇਅਰ ਐਲੀਜ਼, ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਦੋਸਤ ਸੀਗੇ, ਠੀਕ ਆ, ਉਹਨਾਂ ਦੇ ਵਿੱਚ ਜਿਵੇਂ ਹੁਣ ਤੁਸੀਂ ਐਂ ਲਾ ਲਓ ਕਿ ਯੂਕਰੇਨ ਦੇ ਵਿੱਚ ਹੋ ਗਈ ਆ ਰਸ਼ੀਆ ਅਤੇ ਯੂਕਰੇਨ। ਹੁਣ ਯੂਕਰੇਨ ਕੀ ਸੀਗਾ, ਜਿਹੜਾ ਯੂਕਰੇਨ ਸੀਗਾ ਉਹ ਕੀ ਆ USA ਦੇ ਨਾਲ ਨੇੜਤਾ ਦਿਖਾਉਂਦਾ ਗਾ, ਅਤੇ ਜਿਹੜਾ ਰਸ਼ੀਆ ਗਾ ਉਹ ਤੁਹਾਨੂੰ ਪਹਿਲਾਂ ਹੀ ਪਤਾ ਗਾ ਕਿ USSR ਹੋ ਗਿਆ, ਜਦ ਕਿ ਇਹ ਚੀਜ਼ਾਂ ਕਲੈਪਸ ਹੋ ਗਈਆਂ ਹੁਣ, ਤਾਂ ਉਹ ਅੱਗੇ ਕਰਾਂਗੇ। ਮਤਲਬ ਕਿ ਜਿਹੜਾ ਯੂਕਰੇਨ ਹੈਗਾ ਉਹ ਕੀ ਹੈਗਾ ਜੀ, USA ਦਾ ਲਿਹਾਜੀ ਹੈਗਾ, ਪਰ ਹੈਗਾ ਰਸ਼ੀਆ ਦੀ ਜਮ੍ਹਾਂ ਜੜ 'ਚ ਹੈਗਾ ਯੂਕਰੇਨ ਹੈਗਾ ਜਿਹੜਾ, ਠੀਕ ਹੈ, ਨਾਲ ਹੀ ਗੁਆਂਢੀ ਹੈਗਾ। ਤਾਂ ਕਰਕੇ ਕੀ ਹੋ ਗਿਆ, USA ਨੇ ਕੀ ਕਹਿਤਾ ਯੂਕਰੇਨ ਨੂੰ, ਮੈਂ ਹੈਗਾ ਤੇਰੇ ਨਾਲ ਚੱਕ ਦੇ ਫੱਟੇ ਲਿਆ ਦਾਂਗੇ ਨੇਰੀਆਂ ਕਾਕਾ, ਠੀਕ ਹੈ। ਤਾਂ ਪਰ ਲੜਾਈ ਫਿਰ ਇਹਨਾਂ ਦੇ ਵਿੱਚ ਹੋ ਗਈ ਹੈਗੀ। ਉਵੇਂ ਕੀ ਹੋ ਗਿਆ, ਜਿਹੜੇ ਦੇਸ਼ ਜਿਹਦੇ ਦੋਸਤ ਸੀ ਉਹਨਾਂ ਦੇ ਵਿੱਚ ਛੋਟੀਆਂ ਛੋਟੀਆਂ ਲੜਾਈਆਂ ਹੋਣੀਆਂ ਵੀ ਸ਼ੁਰੂ ਹੋਈਆਂ, ਉਦੋਂ ਹੋਈਆਂ ਨੇ, ਪਰ ਵਰਲਡ ਵਾਰ ਨਹੀਂ ਲੱਗੀ। ਇਨ ਸਪੋਰਟਿੰਗ ਟੂ ਰੀਜਨਲ ਐਲਰੀਜ਼, ਉਹ ਕਹਿੰਦੇ ਵੀ ਸਾਡਾ ਆਹ ਦੋਸਤ ਅਸੀਂ ਇਹਨੂੰ ਸਪੋਰਟ ਕਰਾਂਗੇ, ਬਟ ਐਟ ਲੀਸਟ ਦਾ ਵਰਲਡ ਅਵੋਇਡਡ ਅਨਦਰ ਗਲੋਬਲ ਵਾਰ, ਕਿਉਂਕਿ ਪਹਿਲਾਂ ਵਰਲਡ ਵਾਰ 1 ਹੋ ਗਈ ਸੀ, 2 ਹੋ ਗਈ ਸੀ, ਤਾਂ ਜਿਹੜੀ ਦੁਨੀਆ ਸੀ ਉਹਨੇ ਕੀ ਕੀਤਾ, ਅਵੋਇਡ ਕੀਤਾ ਕਿਹਨੂੰ ਜੀ, ਕਿ ਹੋਰ ਵਰਲਡ ਵਾਰ ਨਹੀਂ ਹੋਣੀ ਚਾਹੀਦੀ, ਤਬਾਹੀ ਹੋ ਜੂਗੀ, ਕਿਉਂਕਿ ਨਿਊਕਲੀਅਰ ਵੈਪਨਸ ਆ ਗਏ ਸੀ, ਠੀਕ ਹੈ। ਹੁਣ ਆ ਗਿਆ ਕੋਲਡ ਵਾਰ। ਦੇਖੋ, ਦ ਕੋਲਡ ਵਾਰ ਵਾਜ਼ ਨਾਟ ਸਿੰਪਲੀ ਅ ਮੈਟਰ ਆਫ ਪਾਵਰ ਰੈਵਲਰੀਜ਼ ਆਫ ਮਿਲਟਰੀ ਅਲਾਇੰਸਿਸ। ਮਿਲਟਰੀ ਅਲਾਇੰਸਿਸ ਮੀਨਸ ਕਿ ਫੌਜਾਂ ਦਾ ਇਹਨਾਂ ਨੇ ਕੀ ਕੀਤਾ ਸੀ, ਗਠਬੰਧਨ ਕੀਤਾ ਸੀਗਾ ਕਿ ਹਾਂਜੀ ਜੇ ਸਾਨੂੰ ਫੌਜ ਦੀ ਲੋੜ ਪਈ, ਤੁਹਾਡਾ ਦੇਸ਼ ਸਾਨੂੰ ਫੌਜ ਭੇਜੂਗਾ, ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਤੁਸੀਂ ਤੁਹਾਡੇ ਦੇਸ਼ ਦੇ ਵਿੱਚ ਕੱਚਾ ਤੇਲ ਨਿਕਲਦਾ, ਤੁਸੀਂ ਸਾਨੂੰ ਕੱਚਾ ਤੇਲ ਦਿਓਗੇ, ਅਸੀਂ ਤੁਹਾਨੂੰ ਹੋਰ ਫੈਸਿਲਿਟੀਆਂ ਦੇਵਾਂਗੇ, ਇਹ ਸੀਗਾ। ਤਾਂ ਇਹਦੇ ਨਾਲ ਕੀ ਹੋ ਗਿਆ, ਇਕੱਲਾ ਮਿਲਟਰੀ ਅਲਾਇੰਸ ਹੀ ਨਹੀਂ ਸੀਗੇ ਇੱਕ ਤਰ੍ਹਾਂ ਦੀ ਗੱਲ ਕਰੀਏ ਤਾਂ ਇਹ ਕੀ ਸੀਗਾ, ਬੈਲੈਂਸ ਆਫ ਪਾਵਰ ਵੀ ਸੀਗਾ ਕਿ ਕਿਹਦੇ ਨਾਲ ਕਿੰਨੇ ਬੰਦੇ ਆ ਗਏ। ਥੀਸ ਵਰ ਕੰਪੇਨਡ ਬਾਈ ਅ ਰੀਅਲ ਆਈਡੀਓਲੋਜੀਕਲ ਕਨਫਲਿਕਟ ਐਜ਼ ਵੈਲ, ਤਾਂ ਇਹਨਾਂ ਦੀ ਆਪਦੀ ਵਿਚਾਰਧਾਰਾ ਸੀਗੀ, ਉਹਨਾਂ ਦਾ ਵੀ ਰੌਲਾ ਸੀਗਾ ਕਿ ਇਹ ਕਹਿੰਦੇ ਸੀਗੇ ਕਿ ਡਿਫਰੈਂਸ ਓਵਰ ਦਾ ਬੈਸਟ ਐਂਡ ਦਾ ਮੋਸਟ ਅਪਰੋਪਰੀਏਟ ਵੇ ਆਫ ਔਰਗੇਨਾਈਜ਼ਿੰਗ ਪੋਲੀਟੀਕਲ, ਇਕਨੋਮਿਕ ਐਂਡ ਸੋਸ਼ਲ ਲਾਈਫ ਆਲ ਓਵਰ ਦਾ ਵਰਲਡ। ਮਤਲਬ ਕਿ USSR ਸੀਗਾ, ਉਹ ਕਹਿੰਦਾ ਭਾਈ ਸਾਡੀ ਜਿਹੜੀ ਆਈਡੀਓਲੋਜੀ ਆ ਉਹ ਸਿਰ ਆ ਗਈ, ਸਾਡੇ ਹਿਸਾਬ ਨਾਲ ਚੱਲੋ। USA ਕਹਿੰਦਾ ਸੀ ਨਾ ਜੀ ਸਾਡੀ ਸਿਰ ਆ ਗਈ, ਸਾਡੇ ਹਿਸਾਬ ਨਾਲ ਚੱਲੋ। ਤਾਂ ਵੈਸਟਰਨ ਮੀਨਸ ਪੱਛਮੀ, ਅਲਾਇੰਸ ਮੀਨਸ ਸਮਝੌਤੇ, ਗਠਬੰਧਨ ਹੋਏ। ਉਹਨਾਂ ਨੂੰ ਕੌਣ, US ਨੇ ਕੀ ਕੀਤਾ ਸੀਗਾ, ਹੈਡਡ ਕਰਦਾ ਸੀਗਾ, ਉਹਨਾਂ ਦਾ ਮੁਖੀ ਸੀਗਾ। ਰੀਪ੍ਰਜੈਂਟਡ ਆਈਡੀਓਲੋਜੀ ਆਫ ਲਿਬਰਲ ਡੈਮੋਕ੍ਰੇਸੀ, ਇਹਨੇ ਕੀ ਕਹਿਤਾ, ਲਿਬਰਲ ਡੈਮੋਕ੍ਰੇਸੀ ਅਤੇ ਕੈਪੀਟਲਿਜ਼ਮ, ਜਿਹੜੀ ਚੀਜ਼ ਮੈਂ ਤੁਹਾਨੂੰ ਪਹਿਲਾਂ ਦੱਸੀ ਸੀਗੀ, ਠੀਕ ਹੈ। ਇਹਨਾਂ ਨੇ ਕਹਿਤਾ ਕਿ ਜੀ ਹਾਂਜੀ ਆਜ਼ਾਦੀ ਆ, ਲੋਕਤੰਤਰ ਹੈਗਾ, ਅਤੇ ਨਾਲ ਕੈਪੀਟਲਿਜ਼ਮ ਹੈਗਾ, ਵੀ ਪ੍ਰਾਈਵੇਟਾਈਜੇਸ਼ਨ ਹੋਊਗਾ। ਵਾਈਲ ਦਾ ਈਸਟਰਨ ਅਲਾਇੰਸ, ਜਿਹੜੇ ਇੱਧਰਲੇ ਹੋ ਗਏ, ਈਸਟ ਵਾਲੇ ਹੋ ਗਏ ਹੈਗੇ, ਉਹਨਾਂ ਦਾ ਹੈੱਡ ਕੌਣ ਸੀਗਾ, ਸੋਵੀਅਤ ਯੂਨੀਅਨ ਸੀਗੀ। ਉਹਨੇ ਕੀ ਕੀਤਾ, ਕਮਿਟਡ ਟੂ ਦਾ ਆਈਡੀਓਲੋਜੀ, ਉਹਦੀ ਆਈਡੀਓਲੋਜੀ ਕਿਹੜੀ ਸੀਗੀ, ਸੋਸ਼ਲਿਜ਼ਮ ਐਂਡ ਕਮਿਊਨਿਜ਼ਮ, ਆ ਹੋ ਗਿਆ ਸਮਾਜਵਾਦ ਅਤੇ ਸਾਮਿਆਵਾਦ ਹੋ ਗਿਆ, ਠੀਕ ਹੈ, ਕਿ ਸਮਾਜ ਮੁੱਖ ਹੈਗਾ। ਯੂ ਹੈਵ ਆਲਰੇਡੀ ਸਟੱਡੀਡ ਇਨ ਕਲਾਸ
11th ਤਾਂ ਇਸ ਕਰਕੇ ਇਹਨਾਂ ਨੂੰ ਸਾਨੂੰ ਡਿਸਕਸ ਕਰਨ ਦੀ ਲੋੜ ਨਹੀਂ ਆ। ਤੁਸੀਂ ਪਹਿਲਾਂ ਹੀ ਪੜ੍ਹ ਚੁੱਕੇ ਹੋ ਅਤੇ ਭੁੱਲ ਵੀ ਗਏ ਹੋ, ਪੇਪਰ ਦੇ ਵਿੱਚ ਦੇਤਾ, ਠੀਕ ਹੈ। ਤਾਂ ਇਸ ਲਈ ਸਾਨੂੰ ਇਹ ਡਿਸਕਸ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ ਜੀ। ਤਾਂ ਇਹ ਕੀ ਸੀਗਾ ਸਾਡੇ ਕੋਲ ਕਿਊਬ ਮਿਸ਼ਨ ਕ੍ਰਾਈਸਿਸ, ਕੋਲਡ ਕ੍ਰਾਈਸਿਸ ਸੀਗਾ, ਕੋਲਡ ਵਾਰ ਆ ਗਿਆ। ਤਾਂ ਨੈਕਸਟ ਹੈਗਾ ਸਾਡਾ ਟੋਪਿਕ ਵਾਟ ਇਜ਼ ਦਾ ਕੋਲਡ ਵਾਰ, ਇਹ ਆਪਾਂ ਕਰਾਂਗੇ ਨੈਕਸਟ ਕਲਾਸ ਦੇ।